ਉਸਤਤ ਕਰਹਿ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨਕ ਪ੍ਰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜੋ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸਾਡੇ ਸੀਸ 'ਤੇ ਮਿਹਰ ਭਰਿਆ ਹੱਥ ਰੱਖੋ। ਅਸੀਂ ਦਿਨ ਪੁਰ ਰਾਤ ਆਪ ਜੀ ਦੀ ਵਡਿਆਈ ਔਰ ਆਪ ਜੀ ਦੀ ਉਸਤਤੀ ਕਿਨਾ ਕਰਦੇ ਰਹੀਏ। ਕਿਉਂਕਿ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਅੰਦਰ ਅੰਕਿਤ ਕਿਨਾ ਕੀਤਾ ਹੈ ਕਿ ਹੇ ਸੰਸਾਰ ਦੇ ਲੋਕੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿਨਾ ਕਰਿਆ ਕਰੋ। ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿਨਾ ਕਰਦੇ ਹਾਂ ਤਾਂ ਸਾਡਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਿਨਾ ਹੁੰਦਾ ਹੈ। ਅਸੀਂ ਇੱਕ ਜਨਮ ਦੇ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਸਾਨੂੰ ਇਸ ਸੰਸਾਰ ਦੇ ਉੱਤੇ ਵਿਚਰਦਿਆਂ ਕਿਨਾ ਹੋ ਗਏ ਹਨ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਸੱਚੇ ਪਾਤਸ਼ਾਹ ਜੀ, ਇੱਕ ਜਨਮ ਨਹੀਂ, ਪਤਾ ਹੀ ਨਹੀਂ ਕਿੰਨੇ ਕੁ ਜਨਮ ਕਿਨਾ ਹੋ ਗਏ ਹਨ। ਅਸੀਂ ਆਪ ਜੀ ਤੋਂ ਵਿਛੜ ਕਿਨਾ ਚੁੱਕੇ ਹਾਂ। ਮਹਾਰਾਜ ਆਪ ਜੀ ਦੀ ਵਡਿਆਈ ਕਿਨਾ ਕਰਦੇ 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 ਜਿਹੜਾ ਸਾਡਾ ਆਪ ਜੀ ਤੋਂ ਵਿਛੋੜਾ ਕਿਨਾ ਪਿਆ ਹੋਇਆ ਹੈ, ਅਸੀਂ ਆਪ ਜੀ ਦੀ ਵਡਿਆਈ ਦੇ ਸਦਕਾ ਉਸ ਵਿਛੋੜੇ ਨੂੰ ਮੇਟ ਕਰਕੇ ਆਪ ਜੀ ਦੇ ਨਾਲ ਇੱਕਮਿਕ ਕਿਨਾ ਹੋ ਸਕੀਏ। ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਉਸਤਤੀ ਹੈ ਸਾਧ ਸੰਗਤ ਜੀ, ਅਕਾਲ ਪੁਰਖ ਦੀ ਵਡਿਆਈ, ਅਕਾਲ ਪੁਰਖ ਦੀ ਉਸਤਤੀ, ਅਕਾਲ ਪੁਰਖ ਦੀ ਸਿਫਤ ਅਸੀਂ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਰਪਣ ਹੋ ਕਰਕੇ ਕਿਨਾ ਕਰਾਂਗੇ ਤਾਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪਤਾਈ ਦੀ ਬਖਸ਼ਿਸ਼ ਕਿਨਾ ਹੋਏਗੀ। ਕਿਉਂਕਿ ਇਹ ਜਿਹੜੀ ਬਖਸ਼ਿਸ਼ ਹੈ ਇਹ ਕਰਦਾ ਹੈ ਗੁਰੂ ਸਾਹਿਬਾਨ। ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਕਿਨਾ ਦਿੰਦਾ ਹੈ। ਕਿਉਂਕਿ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਸਾਡੇ ਅੱਗੇ ਕਿਨਾ ਰੱਖੀ ਆ। ਕਹਿਣ ਲੱਗੇ, ਭਾਈ ਜਿਹੜਾ ਵੀ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਿਆ ਆ ਨਾ, ਉਹ ਗੁਰੂ ਦੇ ਰਾਹੀਂ ਹੋ ਕਰਕੇ ਕਿਨਾ ਮਿਲਿਆ ਆ। ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲੈਂਦੇ ਹਾਂ ਤਾਂ ਇਸ ਹਿਰਦੇ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਚੌਂਕੜਾ ਲਾ ਕੇ ਆਪ ਬੈਠ ਕੇ ਨਾ ਜਾਂਦੇ ਨੇ। ਮਹਾਰਾਜ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਕਿਨਾ ਸਾਡੇ ਅੱਗੇ ਕਿਨਾ ਰੱਖੀ ਆ। ਕਹਿਣ ਲੱਗੇ, ਸੱਜਣਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਰੋਜ਼ ਕਿਨਾ ਕਰਿਆ ਕਰ। ਮਹਾਰਾਜ ਕੋਈ ਸਮਾਂ ਹੈ ਜਿਸ ਸਮੇਂ ਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਿਆ ਕਰੀਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਕਿਨਾ ਕਿਹਾ ਆ। ਕਹਿਣ ਲੱਗੇ, ਸਾਸ ਗਿਰਾਸ ਉਹਦੀ ਵਡਿਆਈ ਕਿਨਾ ਕਰਿਆ ਕਰ। ਸਾਸ ਗਿਰਾਸ ਤੋਂ ਭਾਵਾ ਹਰ ਵੇਲੇ ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਦਾ ਸ਼ਿੰਗਾਰ ਕਿਨਾ ਹੋਇਆ ਬੈਠੇ। ਜਦੋਂ ਤੂੰ ਗੁਰੂ ਦੇ ਸ਼ਬਦ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਿਨਾ ਕਰੇਂਗਾ ਤੇ ਫਿਰ ਇੱਕ ਦਿਨ ਇੱਦਾਂ ਦਾ ਸਮਾਂ ਆਏਗਾ ਅਕਾਲ ਪੁਰਖ ਵਾਹਿਗੁਰੂ ਜੀ ਤੈਨੂੰ ਆਪਣੇ ਵਿੱਚ ਮਿਲਾ ਕਿਨਾ ਲਏਗਾ। ਤੂੰ ਅਕਾਲ ਪੁਰਖ ਦਾ ਰੂਪ ਕਿਨਾ ਹੋ ਜਾਏਗਾ। ਤੂੰ ਉਹ ਤੋਂ ਵਿਛੜਿਆ ਹੋਇਆ ਹੈ, ਜਿਸ ਕਰਕੇ ਭਾਈ ਤੂੰ ਇਸ ਸੰਸਾਰ ਵਿੱਚ ਕਿਨਾ ਰਹਿੰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿਨਾ ਕਰਨੀ ਆ। ਕਿਉਂਕਿ ਜਦੋਂ ਅਸੀਂ ਬਾਣੀ ਕਿਨਾ ਪੜ੍ਹਦੇ ਹਾਂ, ਮਹਾਰਾਜ ਜੀ ਨੂੰ ਅਸੀਂ ਪੁੱਛਦੇ ਹਾਂ, ਸੱਚੇ ਪਾਤਸ਼ਾਹ ਜੀ ਕਿੰਨੇ ਕੁ ਸੱਜਣ ਨੇ ਜਿਹੜੇ ਤੇਰੀ ਵਡਿਆਈ ਕਿਨਾ ਕਰਦੇ ਪਏ ਨੇ। ਅਤੇ ਸਾਧ ਸੰਗਤ ਜੀ, ਮਹਾਰਾਜ ਨੇ ਬੜੇ ਪਿਆਰ ਦੇ ਨਾਲ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਕਿਨਾ ਆਖੇ ਨੇ। ਕਹਿੰਦੇ, ਉਸਤਤ ਕਰਹਿ ਅਨੇਕ ਜਨ, ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਜਨ ਨੇ। ਇਹ ਜਨ ਉਹ ਹਨ ਜਿਨ੍ਹਾਂ ਨੂੰ ਜ਼ਿੰਦਗੀ ਦੇ ਅੰਦਰ ਕਿਨਾ ਸੂਝ ਪੈ ਗਈ ਹੈ ਕਿ ਭਾਈ ਤੂੰ ਸੰਸਾਰ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਿਨਾ ਕਰਨ ਵਾਸਤੇ ਆਇਆ ਹੈ। ਤੂੰ ਇਸ ਸੰਸਾਰ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿਨਾ ਕਰਨ ਵਾਸਤੇ ਆਇਆ ਹੈ। ਤੂੰ ਇਸ ਸੰਸਾਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਿਨਾ ਕਰਨ ਵਾਸਤੇ ਆਇਆ ਹੈ। ਕਹਿਣ ਲੱਗੇ, ਜਿਹਨਾਂ ਸੱਜਣਾਂ ਨੂੰ ਇਸ ਗੱਲ ਦੀ ਸਮਝ ਪੈ ਗਈ, ਉਹਨਾਂ ਨੇ ਫਿਰ ਕਿਸੇ ਸਮੇਂ ਦੀ ਵਿਚਾਰ ਨਹੀਂ ਕੀਤੀ, ਉਹਨਾਂ ਨੇ ਕਿਸੇ ਤੋਂ ਪੁੱਛਿਆ ਨਹੀਂ, ਬਸ ਉਹਨਾਂ ਨੇ ਚੌਂਕੜੇ ਕਿਨਾ ਲਾ ਲਏ ਔਰ ਚੌਂਕੜੇ ਕਿਨਾ ਲਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਹਨਾਂ ਨੇ ਉਸਤਤੀ ਉਚਾਰਨ ਕਿਨਾ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਇਹ ਜਿਹੜਾ ਹੈ ਸੰਸਾਰ ਵਿੱਚ ਕਿਨਾ ਰਹਿੰਦਿਆ ਬੰਦਾ ਆਉਂਦਾ ਹੀ ਸੰਸਾਰ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਹੁਕਮ ਦੇ ਵਿੱਚ ਕਿਨਾ ਭੇਜਿਆ ਹੈ। ਪਰ ਸਾਧ ਸੰਗਤ ਜੀ,
इस संसार विच आ करके ਅਸੀਂ ਨਿਰੰਕਾਰ ਨੂੰ ਕਿੰਨਾ ਭੁੱਲੀ ਬੈਠੇ ਹਾਂ। ਪਰ ਅਸਲੀ ਜਿਹੜਾ ਜ਼ਿੰਦਗੀ ਦਾ ਸੱਚ ਹੈ ਉਹ ਇਹ ਹੈ ਕਿ ਭਾਈ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਰਦਾ ਕਰਦਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਦਾ ਕਰਦਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਤੇਰਾ ਜਿਹੜਾ ਵਿਛੜ ਚੁੱਕਿਆ ਤੇਰਾ ਅੰਦਰ ਸੀ, ਜਾਂ ਤੇਰੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲੋਂ ਵੱਖਰਤਾ ਪੈ ਚੁੱਕੀ ਸੀ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਰਨ ਦੇ ਨਾਲ ਖਤਮ ਕਿਨਾ ਹੋ ਜਾਂਦੀ ਹੈ। ਜਦੋਂ ਵੱਖਰਤਾ ਖਤਮ ਹੋ ਜੇ ਫਿਰ ਜਿਹੜਾ ਜੀਵ ਹੈ ਇਹ ਨਿਰੰਕਾਰ ਦੇ ਨਾਲ ਕਿਨਾ ਮਿਲ ਕਰਕੇ ਇੱਕ ਰੂਪ ਕਿਨਾ ਹੋ ਜਾਂਦਾ ਹੈ। ਸਤ ਸੰਗਤ ਜੀ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਸਾਡੇ ਅੱਗੇ ਕਿਨਾ ਰੱਖੀ ਆ। ਕਹਿੰਦੇ ਇੱਕ ਨਹੀਂ ਹੈ ਜਨ। ਮਹਾਰਾਜ ਕਿੰਨੇ ਕੁ ਸੱਜਣ ਨੇ। ਸੱਚੇ ਪਾਤਸ਼ਾਹ ਨੇ ਇਹ ਗੱਲ ਬਾਣੀ ਦੇ ਵਿੱਚ ਆਖੀ ਆ। ਕਹਿੰਦੇ ਨੇ ਜਨ ਅਨੇਕਾਂ ਨੇ ਜਿਹੜੇ ਚੌਂਕੜੇ ਕਿਨਾ ਲਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿਨਾ ਕਰਦੇ ਪਏ ਨੇ। ਮੈਂ ਫਿਰ ਇਹ ਬਚਨ ਆਪ ਜੀ ਦੇ ਅੱਗੇ ਰੱਖਾਂ। ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਬੜੇ ਪਿਆਰ ਦੇ ਨਾਲ ਅੰਕਿਤ ਕਿਨਾ ਕੀਤਾ ਹੈ, ਔਰ ਅੰਕਿਤ ਕਰਦਿਆਂ ਕਰਦਿਆਂ ਸਾਡੇ ਅੱਗੇ ਕਿਨਾ ਰੱਖਿਆ ਹੈ। ਮਹਾਰਾਜ ਨੇ ਇਹ ਜਿਹੜੀ ਗੱਲ ਬਾਣੀ ਵਿੱਚ ਆਖੀ ਹੈ, ਉਸਤਤ ਕਰ ਹੈ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਕਹਿਣ ਲੱਗੇ ਨੇ ਭਾਈ ਪਤਾ ਨਹੀਂ ਕਿੰਨੇ ਕੁ ਜਣੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰਦੇ ਪਏ ਨੇ। ਵਡਿਆਈ ਕਰਨ ਦਾ ਇੱਕੋ ਕਿੰਨਾ ਕਾਰਨ ਹੈ, ਉਹ ਇਹ ਕਿ ਸੱਚੇ ਪਾਤਸ਼ਾਹ ਮੈਂ ਤੈਨੂੰ ਭਾ ਕਿੰਨਾ ਜਾਵਾਂ, ਮੈਂ ਤੈਨੂੰ ਚੰਗਾ ਕਿੰਨਾ ਲੱਗਾ, ਮੈਂ ਆਪਣੀ ਵੱਖਰਤਾ ਜਿਹੜੀ ਜਨਮ ਮਰਨ ਵਿੱਚ ਕਿੰਨਾ ਮੈਨੂੰ ਮਿਲੀ ਹੋਈ ਹੈ, ਸੱਚੇ ਪਾਤਸ਼ਾਹ ਜੀ ਮੈਂ ਉਹਦਾ ਖਾਤਮਾ ਕਿੰਨਾ ਕਰਨਾ ਚਾਹੁੰਦਾ ਹਾਂ। ਮੈਂ ਇਸ ਕਰਕੇ ਆਪ ਜੀ ਦੀ ਦਿਨ ਪਰ ਰਾਤ ਕਿੰਨਾ ਉਸਤਤੀ ਅਤੇ ਆਪ ਜੀ ਦੀ ਦਿਨ ਪਰ ਰਾਤ ਵਡਿਆਈ ਕਿੰਨਾ ਕਰਦਾ ਪਿਆ ਹਾਂ। ਸਤ ਸੰਗਤ ਜੀ, ਇਸ ਤੋਂ ਥੋੜ੍ਹਾ ਜਿਹਾ ਅੱਗੇ ਕਿੰਨਾ ਆਈਏ। ਜਦੋਂ ਅਸੀਂ ਵਿਦਵਾਨ ਸੱਜਣਾਂ ਨੂੰ ਕਿੰਨਾ ਪੜ੍ਹਦੇ ਹਾਂ ਅਤੇ ਉਹਨਾਂ ਨੇ 3 ਪ੍ਰਕਾਰ ਦੀ ਉਸਤਤੀ ਕਿੰਨਾ ਲਿਖੀ ਹੋਈ ਹੈ। ਪਹਿਲੀ ਉਸਤਤੀ ਇਹ ਹੈ ਕਿ ਜਿਹੜਾ ਮਨੁੱਖ ਹੈ ਉਹ ਇਹ ਜਿਹੜੀ ਗੱਲ ਆਪਣੇ ਅੰਦਰ ਸਮਾਈ ਬੈਠਾ ਹੈ ਕਿ ਮੇਰੀ ਉਸਤਤੀ ਕਿੰਨਾ ਹੋਣੀ ਚਾਹੀਦੀ ਹੈ, ਕਿਉਂਕਿ ਸੰਸਾਰ ਦੇ ਲੋਕਾਂ ਦੀ ਫਿਤਰਤ ਹੈ, ਇਹ ਆਪਣੀ ਉਸਤਤੀ ਨੂੰ ਪਹਿਲ ਕਿੰਨਾ ਦਿੰਦੇ ਨੇ। ਇਹ ਕਹਿੰਦੇ ਨੇ ਕਿ ਜਿਹੜੀ ਥਾਂ ਦੇ ਉੱਤੇ ਕਿੰਨਾ ਜਾਈਏ ਸਾਡੀ ਉਸਤਤੀ ਅਨੇਕ ਪ੍ਰਕਾਰ ਦੀ ਅਤੇ ਲੋਕ ਬੜੇ ਪਿਆਰ ਮਾਣ ਔਰ ਸਨਮਾਨ ਦੇ ਨਾਲ ਕਰਨ, ਕਿਉਂਕਿ ਜਿਹੜਾ ਮਨੁੱਖ ਆ ਨਾ ਇਹ ਆਪਣੀ ਵਡਿਆਈ ਦਾ ਕਿੰਨਾ ਭੁੱਖਾ ਹੈ। ਜਿੰਨੇ ਵੀ ਸੰਸਾਰ ਵਿੱਚ ਕਿੰਨਾ ਮਨੁੱਖ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਤੋਂ ਭੁੱਲੀ ਬੈਠੇ ਹਨ, ਉਹਨਾਂ ਦੇ ਅੰਦਰ ਇਹ ਜਿਹੜੀ ਗੱਲ ਦੀ ਚਾਹਨਾ ਅੱਜ ਵੀ ਕਿੰਨਾ ਹੈ ਕਿ ਸਾਡੀ ਜਿਹੜੀ ਵਡਿਆਈ ਸਾਰੇ ਸੰਸਾਰ ਦੇ ਉੱਤੇ ਕਿੰਨਾ ਹੋਣੀ ਚਾਹੀਦੀ ਹੈ। ਕਈ ਸੱਜਣ ਇਹ ਜਿਹੜੀ ਗੱਲ ਕਹਿੰਦੇ ਨੇ ਮੇਰੀ ਵਡਿਆਈ ਮੇਰੇ ਘਰ ਦੇ ਵਿੱਚ ਕਿੰਨਾ ਹੋਵੇ। ਕਈ ਸੱਜਣ ਐਸੇ ਨੇ ਜਿਹੜੇ ਆਪਣੇ ਅੰਦਰ ਇਸ ਗੱਲ ਨੂੰ ਸਮੋਈ ਕਿੰਨਾ ਬੈਠੇ ਹਨ ਕਿ ਮੇਰੀ ਵਡਿਆਈ ਇਲਾਕੇ ਦੇ ਵਿੱਚ ਕਿੰਨਾ ਹੋਵੇ। ਕਈ ਸੱਜਣ ਐਸੇ ਨੇ ਜਿਹੜੇ ਇਹ ਜਿਹੜੀ ਗੱਲ ਕਹਿੰਦੇ ਹਨ ਕਿ ਮੇਰੀ ਜਿਹੜੀ ਵਡਿਆਈ ਹੈ ਪੂਰੇ ਸ਼ਹਿਰ ਵਿੱਚ ਹੋਏ, ਅਤੇ ਕਈ ਐਸੇ ਸੱਜਣ ਨੇ ਜਿਨ੍ਹਾਂ ਦੇ ਅੰਦਰ ਵਡਿਆਈ ਦੀ ਭੁੱਖ ਕਿੰਨਾ ਇੰਨੀ ਆ, ਉਹ ਕਹਿੰਦੇ ਮੇਰੀ ਪੂਰੇ ਸੰਸਾਰ ਦੇ ਵਿੱਚ ਕਿੰਨਾ ਵਡਿਆਈ ਹੋਣੀ ਚਾਹੀਦੀ। ਸਤ ਸੰਗਤ ਜੀ, ਕਈ ਵਾਰੀ ਬੰਦਾ ਵਡਿਆਈ ਕਿੰਨਾ ਕਰਵਾਉਂਦਾ 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 ਸੰਸਾਰ ਦੇ ਲੋਕਾਂ ਤੋਂ ਫਿਟਕਾਰ ਕਿੰਨਾ ਲੈ ਕਰਕੇ ਆ ਜਾਂਦਾ ਹੈ, ਕਿਉਂਕਿ ਜਿਸ ਮਨੋਰਥ ਨੂੰ ਲੈ ਕੇ ਉਹ ਵਡਿਆਈ ਕਿੰਨਾ ਕਰਵਾਉਂਦਾ ਹੈ, ਕਈ ਵਾਰੀ ਇਸ ਬੰਦੇ ਦਾ ਉਹ ਮਨੋਰਥ ਪੂਰਾ ਹੀ ਨਹੀਂ ਹੁੰਦਾ। ਅਤੇ ਜਦੋਂ ਕਿੰਨਾ ਬੰਦੇ ਦਾ ਮਨੋਰਥ ਕਿੰਨਾ ਪੂਰਾ ਨਾ ਹੋਵੇ ਫਿਰ ਇਹਦੇ ਹਿਰਦੇ ਨੂੰ ਸੱਟ ਕਿੰਨਾ ਵੱਜਦੀ ਹੈ। ਸਤ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿੰਨਾ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਨੇ ਇੱਥੇ ਤੱਕ ਕਿੰਨਾ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੱਜਣਾ ਆਪਣੀ ਵਡਿਆਈ ਨੂੰ ਛੱਡ ਦੇ। ਮਹਾਰਾਜ ਜੀ ਫੇਰ ਕਹਿਣ ਲੱਗੇ ਉਸ ਨਿਰੰਕਾਰ ਦੀ ਵਡਿਆਈ ਕਿੰਨਾ ਕਰ ਜਿਹਦੀ ਵਡਿਆਈ ਕਿੰਨਾ ਕਰਨ ਦੇ ਨਾਲ ਤੂੰ ਵੀ ਵੱਡਿਆਂ ਭਾਗਾਂ ਵਾਲਾ ਕਿੰਨਾ ਹੋ ਜਾਏਗਾ। ਵਿਦਵਾਨ ਸੱਜਣ ਆਖਦੇ ਹਨ 3 ਤਰ੍ਹਾਂ ਦੇ ਕਿੰਨਾ ਲੋਕ ਨੇ ਸੰਸਾਰ ਉੱਤੇ, 3 ਤਰ੍ਹਾਂ ਦੀ ਵਡਿਆਈ ਉਹਨਾਂ ਨੇ ਕਿੰਨਾ ਲਿਖੀ ਹੈ। ਪਹਿਲੀ ਕਿ ਬੰਦਾ ਕਹਿੰਦਾ ਹੈ ਮੇਰੀ ਕਿੰਨਾ ਵਡਿਆਈ ਹੋਏ। ਦੂਸਰੀ ਸੰਸਾਰ ਦੀ ਕਿੰਨਾ ਵਡਿਆਈ, ਕਈ ਵਾਰੀ ਕਿੰਨਾ ਬੰਦਾ ਸੰਸਾਰ ਦੀ ਵਡਿਆਈ ਦੇ ਵਿੱਚ ਕਿੰਨਾ ਰੁੱਝਿਆ ਹੁੰਦਾ। ਪਹਿਲੇ ਬੰਦੇ ਉਹ ਨੇ ਜਿਹੜੇ ਆਪਣੀ ਵਡਿਆਈ ਕਰਵਾਉਂਦੇ ਨੇ, ਦੂਸਰੇ ਉਹ ਨੇ ਜਿਹੜੇ ਸੰਸਾਰ ਦੀਆਂ ਵਡਿਆਈਆਂ ਕਿੰਨਾ ਕਰੀ ਜਾਂਦੇ ਨੇ। ਜਿਹੜੇ ਸੱਜਣ ਤੋਂ 4 ਪੈਸੇ ਆ ਜਾਣ ਉਹਦੀਆਂ ਵਡਿਆਈਆਂ ਵਿੱਚ ਰੁੱਝ ਕਿੰਨਾ ਜਾਂਦੇ ਨੇ, ਹਰ ਵੇਲੇ ਹਰ ਸਮੇਂ ਉਹਦੀਆਂ ਵਡਿਆਈਆਂ, ਉਹਦੀਆਂ ਗੱਲਾਂ, ਉਹਦੀਆਂ ਬਾਤਾਂ, ਉਹਦੀਆਂ ਵਿਚਾਰਾਂ ਕਰਦੇ ਹਨ। ਪਰ ਅਸਲ ਵਿੱਚ ਇੱਥੇ ਸ੍ਰੇਸ਼ਟ ਉਹ ਲੋਕ ਨੇ ਜਿਨ੍ਹਾਂ ਨੂੰ ਤੀਸਰੀ ਥਾਂ ਦੇ ਉੱਤੇ ਵਿਦਵਾਨ ਸੱਜਣਾ ਨੇ ਆਖਦਾ, ਜਿਹੜੇ ਨਾ ਤੇ ਆਪਣੀ ਵਡਿਆਈ ਕਿੰਨਾ ਕਰਦੇ ਹਨ, ਨਾ ਸੰਸਾਰ ਦੇ ਲੋਕਾਂ ਦੀ ਵਡਿਆਈ ਕਰਦੇ ਹਨ। ਜੇਕਰ ਉਹ ਵਡਿਆਈ ਕਿੰਨਾ ਕਰਦੇ ਹਨ
ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿੰਨਾ ਵਡਿਆਈ ਕਰਦੇ ਹਨ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰਨ ਵਾਲਾ ਸੱਜਣ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਵੱਡਾ ਕਿੰਨਾ ਹੋ ਜਾਂਦਾ ਹੈ। ਅਤੇ ਵਡਿਆਈ ਅਕਾਲ ਪੁਰਖ ਦੀ ਉਹੀ ਕਰੇਗਾ ਜਿਹਦੇ ਉੱਤੇ ਗੁਰੂ ਦੀ ਮਿਹਰ ਕਿੰਨਾ ਹੋਏਗੀ, ਜਿਹੜੇ ਸੱਜਣ ਉੱਤੇ ਗੁਰੂ ਦੀ ਬਖਸ਼ਿਸ਼ ਕਿੰਨਾ ਹੋ ਜੇ, ਜਿਹੜੇ ਸੱਜਣ ਦੇ ਉੱਤੇ ਗੁਰੂ ਮਹਾਰਾਜ ਹੱਥ ਰੱਖ ਦੇਣ। ਸਤ ਸੰਗਤ ਜੀ, ਉਹਦੀਆਂ ਵੀ ਵਡਿਆਈਆਂ ਕਿੰਨਾ ਹੁੰਦੀਆਂ ਨੇ, ਪਰ ਉਹਦੀ ਵਡਿਆਈ ਜਿਹੜੀ ਉਹ ਆਪਣੀ ਵਡਿਆਈ ਦੇ ਪਿੱਛੇ ਨਹੀਂ ਪੈਂਦਾ। ਉਹ ਆਪਣੀ ਵਡਿਆਈ ਜਿਹੜੀ ਹੈ ਉਹਨੂੰ ਅਗਨੀ ਦੇ ਵਿੱਚ ਕਿੰਨਾ ਜਾਲ ਕਿੰਨਾ ਦਿੰਦਾ ਹੈ। ਦੁਨੀਆ ਦੀਆਂ ਜਿਹੜੀਆਂ ਵਡਿਆਈਆਂ ਨੇ ਉਹਨਾਂ ਨੂੰ ਅਗਨੀ ਦੇ ਵਿੱਚ ਕਿੰਨਾ ਜਾਲ ਦਿੰਦਾ ਹੈ। ਬਸ ਉਹਦੇ ਅੰਦਰ ਜਿਹੜੀ ਵਡਿਆਈ ਹੁੰਦੀ ਹੈ ਉਹ ਨਿਰੰਕਾਰ ਵਾਹਿਗੁਰੂ ਜੀ ਦੀ ਕਿੰਨਾ ਵਡਿਆਈ ਹੁੰਦੀ ਹੈ। ਮਹਾਰਾਜ ਨੇ ਇਸੇ ਕਰਕੇ ਕਿਹਾ, ਕਹਿਣ ਲੱਗੇ ਨੇ 3 ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਨੇ ਸਾਡੀ ਵਡਿਆਈ ਹੋਵੇ, ਦੂਜੇ ਲੋਕ ਉਹ ਨੇ ਜਿਹੜੇ ਸੰਸਾਰ ਦੀਆਂ ਵਡਿਆਈਆਂ ਕਿੰਨਾ ਕਰਦੇ ਹਨ, ਅਤੇ ਤੀਸਰੀ ਤਰ੍ਹਾਂ ਦੇ ਲੋਕ ਉਹ ਨੇ ਜਿਹੜੇ ਇਕੱਲੇ ਨਿਰੰਕਾਰ ਦੀ ਕਿੰਨਾ ਵਡਿਆਈ ਕਰਦੇ ਹਨ। ਸਤ ਸੰਗਤ ਜੀ, ਜਿਹੜਾ ਸੱਜਣ ਨਿਰੰਕਾਰ ਦੀ ਵਡਿਆਈ ਕਿੰਨਾ ਕਰਦਾ ਹੈ ਉਹ ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਜਾਂਦਾ ਹੈ। ਇੱਕ ਦਿਨ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੰਗਾ ਕਿੰਨਾ ਲੱਗਦਾ ਹੈ। ਇਸ ਕਰਕੇ ਮਹਾਰਾਜ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਗੱਲ ਸਾਡੇ ਅੱਗੇ ਰੱਖੀ, ਕਹਿੰਦੇ ਸੱਜਣਾ ਜੇ ਤੇ ਵਡਿਆਈ ਕਿੰਨਾ ਕਰਨੀ ਆ ਤੇ ਨਿਰੰਕਾਰ ਦੀ ਕਿੰਨਾ ਵਡਿਆਈ ਕਰ, ਕਿਉਂਕਿ ਜਿਹਦੀ ਵਡਿਆਈ ਕਰਨ ਦੇ ਨਾਲ ਤੈਨੂੰ ਮਿਲਾਪਤਾਈ ਹਾਸਲ ਕਿੰਨਾ ਹੋ ਜੇ। ਮਹਾਰਾਜ ਨੇ ਇਸੇ ਕਰਕੇ ਜਦੋਂ ਅਸੀਂ ਬਾਣੀ ਕਿੰਨਾ ਪੜ੍ਹਦੇ ਹਾਂ ਤੇ ਸੱਚੇ ਪਾਤਸ਼ਾਹ ਨੇ ਆਖਿਆ, ਕਹਿੰਦੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੱਡਾ ਹੈ, ਉਹਦੀਆਂ ਵਡਿਆਈਆਂ ਵੀ ਓਨੀਆਂ ਵੱਡੀਆਂ ਨੇ। ਜੇ ਕੋਈ ਸੱਜਣ ਇੱਕ ਜ਼ੁਬਾਨ ਦੇ ਨਾਲ ਇਹ ਜਿਹੜੀ ਗੱਲ ਆਖੇ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰ ਲਈ, ਇਸ ਤੋਂ ਅੱਗੇ ਹੋਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਹੋ ਨਹੀਂ ਸਕਦੀ। ਪਰ ਸਤ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਅਪਾਰ ਹੈ। ਅਕਾਲ ਪੁਰਖ ਵਾਹਿਗੁਰੂ ਜੀ ਵੱਡੇ ਤੋਂ ਵੱਡਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਅਸੀਮ ਹੈ, ਅਤੇ ਜਿਹੜਾ ਕੋਈ ਅਸੀਮ ਕਿੰਨਾ ਹੋਵੇ ਉਹਦੀ ਵਡਿਆਈ ਸੀਮਾ ਦੇ ਵਿੱਚ ਰੱਖ ਕਰਕੇ ਨਹੀਂ ਹੋ ਸਕਦੀ, ਕਿਉਂਕਿ ਉਹਦੀ ਤਾਂ ਵਡਿਆਈ ਹੋ ਸਕਦੀ, ਉਹਦੀ ਵਿਆਖਿਆ ਨਹੀਂ ਹੋ ਸਕਦੀ। ਸਤ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਦੀ ਕਿੰਨਾ ਵਡਿਆਈ ਕਰ। ਮਹਾਰਾਜ ਜੀ ਫਿਰ ਕੀ ਹੋਏਗਾ, ਅਤੇ ਉਹ ਬਚਨ ਮਹਾਰਾਜ ਨੇ ਗੁਰਬਾਣੀ ਵਿੱਚ ਖੋਲ੍ਹ ਕੇ ਸਾਡੇ ਅੱਗੇ ਰੱਖੇ ਹਨ। ਮਹਾਰਾਜ ਜੀ ਕਹਿੰਦੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਕਹਿਣ ਲੱਗੇ ਨੇ ਅਕਾਲ ਪੁਰਖ ਵਾਹਿਗੁਰੂ ਇਹਨਾਂ ਸੰਸਾਰ ਵਿੱਚ ਰਹਿਣ ਵਾਲੇ ਜਿੰਨੇ ਜੀਅ ਨੇ ਉਹਨਾਂ ਨੂੰ ਰਿਜਕ ਕਿੰਨਾ ਦਿੰਦਾ ਹੈ, ਉਹਨਾਂ ਦਾ ਦਾਤਾ ਹੈ। ਜਿਹੜਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰਦਾ ਹੈ, ਸਤ ਸੰਗਤ ਜੀ, ਮਹਾਰਾਜ ਉਹਨੂੰ ਦਾਤਾਂ ਦੇ ਨਾਲ ਕਿੰਨਾ ਭਰ ਦਿੰਦੇ ਨੇ, ਕਿਉਂਕਿ ਕਾਦਰ ਹੈ, ਕਰੀਮ, ਉਹ ਹਰ ਵੇਲੇ ਕਿੰਨਾ ਬਖਸ਼ਿਸ਼ ਕਿੰਨਾ ਕਰਦਾ ਹੈ। ਪਰ ਜਿਹੜਾ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਰਪਣ ਕਿੰਨਾ ਹੋ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਉਹਦੇ ਅੰਦਰ ਹਰ ਇੱਕ ਵਸਤੂ ਦੇ ਨਾਲ ਉਹਨੂੰ ਸਰਸ਼ਾਰ ਕਿੰਨਾ ਕਰ ਦਿੰਦਾ ਹੈ, ਉਹਨੂੰ ਅੰਦਰੋਂ ਵੀ ਰੂਹਾਨੀਅਤ ਦੇ ਨਾਲ ਭਰ ਦਿੰਦਾ ਹੈ, ਔਰ ਉਹਨੂੰ ਆਰਥਿਕ ਪੱਖ ਤੋਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਮਜ਼ਬੂਤ ਕਿੰਨਾ ਕਰ ਦਿੰਦਾ ਹੈ। ਮੈਂ ਇਹ ਬਚਨ ਫਿਰ ਆਪ ਜੀ ਦੇ ਅੱਗੇ ਕਿੰਨਾ ਰੱਖਾਂ। ਮਹਾਰਾਜ ਨੇ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿੰਨਾ ਆਖਿਆ, ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਸੰਸਾਰ ਦਾ ਕਰਤਾ ਧਰਤਾ ਹਰਤਾ ਉਹ ਆਪ ਕਿੰਨਾ ਹੈ। ਸੋ ਕਰਤਾ ਕਾਦਰ ਕਿਹਨਾਂ ਕਹਿੰਦੇ ਨੇ, ਉਹ ਮਾਲਕ ਹੈ, ਕਿਉਂਕਿ ਸੰਸਾਰ ਦੇ ਜਿਹੜੇ ਲੋਕ ਨੇ ਇਹ ਮਾਲਕ ਸੰਸਾਰ ਦੇ ਲੋਕਾਂ ਉਹਨਾਂ ਨੂੰ ਬਣਾਈ ਬੈਠੇ ਨੇ ਜਿਨ੍ਹਾਂ ਤੋਂ 4 ਪੈਸੇ ਹਨ। ਪਰ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿੰਨਾ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਕਹਿੰਦੇ ਚੇਤਾ ਰੱਖੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਮਾਲਕਾਂ ਦਾ ਕਿੰਨਾ ਮਾਲਕ ਹੈ, ਉਸ ਤੋਂ ਵੱਡਾ ਕੋਈ ਮਾਲਕ ਇਸ ਸੰਸਾਰ 'ਤੇ ਦੂਜਾ ਹੈ ਹੀ ਨਹੀਂ। ਸਤ ਸੰਗਤ ਜੀ, ਜਦੋਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਕਿੰਨਾ ਆਈਏ, ਮਹਾਰਾਜ ਕਹਿੰਦੇ ਨੇ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਕਿਉਂਕਿ ਉਹਦੀ ਅਧੀਨਗੀ ਦੇ ਵਿੱਚ ਇਹ ਸਾਰਾ ਸੰਸਾਰ ਕਿੰਨਾ ਚੱਲਦਾ ਪਿਆ ਹੈ। ਸਾਰੇ ਸੰਸਾਰ ਦੇ ਵਿੱਚ ਸਵਾਸ ਪਾਉਣ ਵਾਲਾ ਉਹ ਹੈ, ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਅਤੇ ਸਾਰੇ ਸੰਸਾਰ ਦੀ ਲੈਤਾ ਕਿੰਨਾ ਕਰਨ ਵਾਲਾ ਕਿੰਨਾ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਇਸ ਕਰਕੇ ਭਾਈ ਜਿਹਦੇ ਅਧੀਨ ਸਾਰੇ ਸੰਸਾਰ ਦੀ ਕਿੰਨਾ ਵਾਗਡੋਰ ਹੋਵੇ ਨਾ ਸੱਜਣਾ, ਉਹਦੀ ਉਸਤਤੀ ਤੂੰ ਦਿਨ ਪਰ ਰਾਤ ਕਿੰਨਾ ਕਰਿਆ ਕਰ। ਕਿਉਂਕਿ ਉਹਦੀ ਉਸਤਤੀ ਕਿੰਨਾ ਕਰਨ ਦੇ ਨਾਲ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਰੋ ਗੁਣਾਂ ਦਾ ਖਜ਼ਾਨਾ ਕਿੰਨਾ ਮਿਲੇਗਾ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੋ ਤਿਸੈ ਰਜਾਏ।
ਕਹਿਣ ਲੱਗੇ ਨੇ ਸੋ ਕਰੇ ਜੇ ਤਿਸ ਹੈ ਰਜਾਏ। ਜੋ ਕੁਝ ਅਕਾਲ ਪੁਰਖ ਕਿਨਾ ਵਾਹਿਗੁਰੂ ਕਰਦਾ ਹੈ ਉਹ ਆਪਣੀ ਰਜਾ ਤੇ ਆਪਣੀ ਮਰਜ਼ੀ ਦੇ ਅਨੁਕੂਲ ਕਿਨਾ ਕਰਦਾ ਹੈ। ਸੱਜਣਾ, ਇਹੋ ਜਿਹੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਤੂੰ ਦਿਨ ਪੁਰ ਰਾਤ ਉਸਤਤ ਹੀ ਕਿਨਾ ਕਰਿਆ ਕਰ। ਸਾਧ ਸੰਗਤ ਜੀ, ਇਹ ਜਿਹੜੀ ਉਸਤਤ ਹੈ ਇਹ ਮਿਲਦੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਉੱਤੇ ਕਿਨਾ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਿਸ਼ ਕਿਨਾ ਕਰਦਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਕਿਸੇ ਸੱਜਣ ਦੇ ਉੱਤੇ ਬਖਸ਼ਿਸ਼ ਕਿਨਾ ਕਰਦਾ ਹੈ, ਉਹਨੂੰ ਗੁਰੂ ਦਾ ਮਿਲਾਪ ਕਿਨਾ ਬਖਸ਼ਦਾ ਹੈ। ਜਦੋਂ ਸਿੱਖ ਗੁਰੂ ਦੀ ਚਰਨ ਤੇ ਸ਼ਰਨ ਦੇ ਵਿੱਚ ਆਉਂਦਾ ਹੈ, ਗੁਰੂ ਦੀ ਚਰਨ ਔਰ ਸ਼ਰਨ ਵਿੱਚ ਆ ਕਰਕੇ ਸਿੱਖ ਕਿਨਾ ਨਾਮ ਦਾ ਅਭਿਆਸ ਕਿਨਾ ਕਰਦਾ ਹੈ। ਨਾਮ ਦਾ ਅਭਿਆਸ, ਬਾਣੀ ਦਾ ਅਭਿਆਸ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਦੋਂ ਵਿਚਾਰ ਕਰਦਾ ਹੈ, ਵਿਚਾਰ ਕਰਦਾ 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 ਉਹਦੀ ਉਸਤਤੀ ਕਿੰਨਾ ਕਰਦਾ ਕਰਦਾ, ਉਹਦੀ ਸਿਫਤ ਕਿੰਨਾ ਕਰਦਾ ਕਰਦਾ, ਇੱਕ ਦਿਨ ਫਿਰ ਉਹਦਾ ਰੂਪ ਕਿੰਨਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ, ਸੱਚੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਕਿੰਨਾ ਸਾਡੇ ਅੱਗੇ ਕਿੰਨਾ ਰੱਖੀ ਆ। ਕਹਿਣ ਲੱਗੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਮਹਾਰਾਜ ਆਖਦੇ ਹਨ, ਕਹਿੰਦੇ ਹੇ ਸੰਤ ਜਨੋ, ਹੇ ਮਿੱਤਰੋ, ਜੇ ਕਿੰਨਾ ਤੁਸੀਂ ਉਸਤਤੀ ਕਿੰਨਾ ਕਰਨੀ ਆ ਤੇ ਉਸ ਨਿਰੰਕਾਰ ਦੀ ਕਿੰਨਾ ਕਰੋ। ਮਹਾਰਾਜ ਉਹ ਨਿਰੰਕਾਰ ਦੀ ਕਰੀਏ ਉਸਤਤ। ਆਪ ਜੀ ਸਾਡੇ ਤੇ ਮਿਹਰ ਭਰਿਆ ਹੱਥ ਕਿੰਨਾ ਰੱਖੋ, ਅਸੀਂ ਦਿਨ ਪੁਰ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰ ਸਕੀਏ। ਤੇ ਮਹਾਰਾਜ ਨੇ ਜਿਹੜੀ ਗੱਲ ਵੀ ਆਖੀ ਆ, ਕਹਿੰਦੇ ਵਡਿਆਈ ਕਿੰਨਾ ਕਰਦਾ ਰਹਿ ਹਰ ਵੇਲੇ। ਇਹ ਪਤਾ ਨਹੀਂ ਇਹ ਤੈਨੂੰ ਹੁਣ ਸਰੀਰ ਕਿੰਨਾ ਮਿਲਿਆ, ਕੱਲ੍ਹ ਨੂੰ ਤੇਰੇ ਤੋਂ ਇਹ ਸਰੀਰ ਹੋਣਾ ਜਾਂ ਨਹੀਂ। ਅੱਜ ਤੈਨੂੰ ਸਰੀਰ ਕਿੰਨਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਵਾਸ ਬਖਸ਼ਿਸ਼ ਕਿੰਨਾ ਕੀਤੇ ਨੇ, ਪਤਾ ਨਹੀਂ ਕੱਲ੍ਹ ਤੱਕ ਤੇਰੇ ਕੋਲ ਸਵਾਸ ਹੋਣੇ ਜਾਂ ਨਹੀਂ। ਕਹਿਣ ਲੱਗੇ ਇਹਨਾਂ ਸਵਾਸਾਂ ਨੂੰ ਜੇ ਤੂੰ ਸਫਲਿਆਂ ਕਿੰਨਾ ਕਰਨਾ ਨਾ, ਫਿਰ ਸੱਜਣਾ ਅਕਾਲ ਪੁਰਖ ਕਿੰਨਾ ਮਿੱਤਰ ਦੀ ਹਰ ਵੇਲੇ ਵਡਿਆਈ ਉਸਤਤੀ ਤੇ ਉਹਦੀ ਸਿਫਤ ਕਿੰਨਾ ਕਰਿਆ ਕਰ। ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਬਾਣੀ ਵਿੱਚ ਵੀ ਖੋਲ੍ਹ ਖੋਲ੍ਹ ਕੇ ਇਹ ਜਿਹੜੀ ਗੱਲ ਸਾਡੇ ਅੱਗੇ ਕਿੰਨਾ ਰੱਖੀ ਆ। ਕਹਿਣ ਲੱਗੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਿੰਨਾ ਕਰ। ਉਹ ਬੇਅੰਤ ਹੈ। ਜਦੋਂ ਕਹਿੰਦੇ ਤੂੰ ਬੇਅੰਤ ਤਾਈ ਦੀ ਸੀਮਾ ਵਿੱਚ, ਜਾਂ ਬੇਅੰਤ ਤਾਈ ਅਸੀਮ ਨੂੰ ਕਿੰਨਾ ਕਹਿੰਦੇ ਨੇ, ਜਦੋਂ ਕਹਿੰਦੇ ਤੂੰ ਬੇਅੰਤ ਤਾਈ ਵਾਲੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਆਪਣੇ ਸੁਰਤ ਨੂੰ ਜੋੜ ਕੇ ਕਿੰਨਾ ਰੱਖੇਗਾ ਨਾ, ਇੱਕ ਦਿਨ ਕਹਿਣ ਲੱਗੇ ਫਿਰ ਤੇਰੀ ਜਨਮ ਮਰਨ ਦੀ ਫਾਹੀ ਕਿੰਨਾ ਕੱਟੀ ਜਾਏਗੀ। ਮੈਂ ਇਹ ਜਿਹੜਾ ਬਚਨ ਆਪ ਜੀ ਦੇ ਅੱਗੇ ਕਿੰਨਾ ਰੱਖਾਂ, ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿੰਨਾ ਆਖਿਆ ਹੈ। ਕਹਿਣ ਲੱਗੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮਹਾਰਾਜ ਕਹਿੰਦੇ ਨੇ ਐਦਾਂ ਨਾ ਕਰੀ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰਦਾ ਹੋਵੇਂ, ਤੇਰਾ ਧਿਆਨ ਕਿੰਨਾ ਕਿਸੇ ਹੋਰ ਪਾਸੇ ਹੋਵੇ। ਸਾਵਧਾਨ ਹੋ ਕਰਕੇ, ਕਿਉਂਕਿ ਜਿੰਨਾ ਚਿਰ ਤੱਕ ਸਾਵਧਾਨ ਤੋਂ ਭਾਵ ਹੈ ਕਿ ਜਿਹੜਾ ਤੇਰਾ ਸਰੀਰ ਹੈ ਇਹ ਆਲਸ ਦੇ ਵਿੱਚ ਨਾ ਰਹੇ ਹਰ ਵੇਲੇ। ਇਸ ਸਰੀਰ ਨੂੰ ਬਿਲਕੁਲ ਤੂੰ ਸੁਚੇਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰੀ। ਸਾਵਧਾਨ ਇਕਾਗਰ, ਇਕਾਗਰ ਕਿੰਨਾ ਹੋਣਾ। ਇਕਾਗਰ ਤੋਂ ਭਾਵ ਇੱਥੇ ਤੇਰੀ ਜਿਹੜੀ ਮਨ ਦੀ ਹਾਲਤ ਹੈ, ਜਿਸ ਵਾਹਿਗੁਰੂ ਜੀ ਦੀ ਤੂੰ ਸਿਫਤ ਕਿੰਨਾ ਕਰਦਾ ਪਿਆ ਹੈ, ਤੇਰਾ ਧਿਆਨ ਉਹਦੇ ਵਿੱਚ ਇਕਾਗਰ ਕਿੰਨਾ ਹੋਵੇ। ਜਿਹੜੀ ਜਿਹੜੀ ਗੱਲ ਤੂੰ ਆਪਣੇ ਮੁਖ ਦੇ ਨਾਲ ਕਿੰਨਾ ਆਖਦਾ ਪਿਆ ਹੈ, ਤੇਰਾ ਧਿਆਨ ਉਸ ਗੱਲ ਦੇ ਉੱਤੇ ਕੇਂਦਰਿਤ ਕਿੰਨਾ ਹੋਵੇ। ਸਾਵਧਾਨ ਇਕਾਗਰ ਚੀਤ, ਕਹਿਣ ਲੱਗੇ ਤੇਰੀ ਚਿੱਤ ਦੀ ਬਿਰਤੀ ਖਿੰਡਾ ਵਾਲੀ ਨਹੀਂ ਹੋਣੀ ਚਾਹੀਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਹੁਣ ਅਗਲਾ ਕਿੰਨਾ ਬਚਨ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਕਿੰਨਾ ਆਖਿਆ ਹੈ। ਮਹਾਰਾਜ ਕਹਿੰਦੇ ਨੇ ਭਾਈ, ਜਦੋਂ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰੇਗਾ, ਤੇਰੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਸੁੱਖ ਵਰਤਾ ਕੇ ਕਿੰਨਾ ਰੱਖ ਦੇਗਾ। ਸੁਖਮਨੀ ਸਹਿਜ, ਤੇਰੇ ਅੰਦਰ ਇੱਕ ਆਤਮਿਕ ਅਡੋਲਤਾਈ ਆ ਕਿੰਨਾ ਜਾਏਗੀ। ਕਿਉਂਕਿ ਹਰ ਇੱਕ ਜਿੰਨੇ ਵੀ ਅਸੀਂ ਸੰਸਾਰ ਦੇ ਜੀਵ ਹਾਂ, ਅਸੀਂ ਸਹਿਜ ਵਾਲੇ ਪਾਸੇ ਪਏ ਹੋਏ ਹਾਂ। ਕਿਤੇ ਸਾਡੀ ਜ਼ਿੰਦਗੀ ਵਿੱਚ ਸਹਿਜ ਕਿੰਨਾ ਆ ਜਾਵੇ, ਕਿਤੇ ਸਾਡੀ ਜ਼ਿੰਦਗੀ ਜਿਹੜੀ ਹੈ ਸਹਿਜ ਤੋਂ ਖਾਲੀ ਨਾ ਕਿੰਨਾ ਚਲੀ ਜਾਏ। ਕਿਉਂਕਿ ਅਸੀਂ ਜਿੰਨੇ ਵੀ ਸੱਜਣ ਸੰਸਾਰ ਦੇ ਉੱਤੇ ਹਾਂ, ਅਸੀਂ ਅੱਜ ਵੀ ਅਸ਼ਾਂਤ ਹੋ ਕਰਕੇ ਬੈਠੇ ਹੋਏ ਹਾਂ। ਅਸ਼ਾਂਤ ਅਸੀਂ ਤਾਂ ਹਾਂ ਕਿਉਂਕਿ ਅਸੀਂ ਆਪਣੇ ਅਸਲੇ ਦੇ ਨਾਲੋਂ ਵਿਛੜ ਕੇ ਨਾ ਚੁੱਕੇ ਹਾਂ। ਜਿਹੜਾ ਸੱਜਣ ਆਪਣੇ ਅਸਲੇ ਦੇ ਨਾਲੋਂ ਵਿਛੜ ਜਾਏ, ਸਤ ਸੰਗਤ ਜੀ, ਉਹਦੇ ਅੰਦਰ ਕਦੀ ਟਿਕਾ ਨਹੀਂ ਆ ਸਕਦਾ, ਉਹਦੇ ਅੰਦਰ ਕਦੀ ਸ਼ਾਂਤੀ ਨਹੀਂ ਆ ਸਕਦੀ, ਉਹਦੇ ਅੰਦਰ ਕਦੀ ਸਹਿਜ ਨਹੀਂ ਆ ਸਕਦਾ, ਇੱਥੇ ਤੱਕ ਕਿ ਉਹਦੇ ਅੰਦਰ ਕਦੀ ਸੁੱਖ ਵੀ ਨਹੀਂ ਸਕਦਾ ਆ। ਮਹਾਰਾਜ ਨੇ ਜਿਹੜੀ ਗੱਲ ਕਿੰਨਾ ਬਾਣੀ ਦੇ ਵਿੱਚ ਕਹੀ ਆ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਰ, ਚੇਤਾ ਰੱਖੀ ਉਹਦੀ ਉਸਤਤੀ ਕਿੰਨਾ ਕਰਦਾ 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 ਤੇਰਾ ਅੰਦਰ, ਤੇਰੇ ਇੰਦਰੇ, ਤੇਰੇ ਸਰੀਰ ਦਾ ਬਾਹਰੀ ਤਲ ਇਕਾਗਰ ਤੇ ਸਾਵਧਾਨ ਕਿੰਨਾ ਹੋਣਾ ਚਾਹੀਦਾ ਹੈ। ਸੰਗਤ ਜੀ, ਜਦੋਂ ਕਿੰਨਾ ਮਨੁੱਖ ਦੇ ਇੰਦਰੀਆਂ ਦੇ
ਵਿੱਚ ਖਿੰਡਾ ਕਿਨਾ ਪੈਦਾ ਹੋ ਜੇ ਨਾ, ਉਹ ਪਿਆ ਹੋਇਆ ਸਰੀਰ ਵਿੱਚ ਖਿੰਡਾ ਕਦੀ ਮਨੁੱਖ ਨੂੰ ਟਿਕਾ ਦੇ ਨਾਲ ਬੈਠਣ ਨਹੀਂ ਦਿੰਦਾ। ਪਰ ਜਦੋਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਿਨਾ ਧਰਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਜਿਹੜੀ ਹੈ ਇਹ ਸੀਤਲ ਕਿਨਾ ਹੁੰਦੀ ਹੈ। ਅਤੇ ਜਦੋਂ ਕਿਨਾ ਸੀਤਲਤਾਈ ਦੇ ਨਾਲ ਇਸ ਸਿੱਖ ਦੀ ਸੁਰਤ ਦੀ ਅਟੈਚਮੈਂਟ ਕਿਨਾ ਹੋ ਜਾਵੇ, ਫਿਰ ਉਹ ਕੁਝ ਇਹਦੇ ਅੰਦਰ ਵਰਤਣਾ ਸ਼ੁਰੂ ਹੋ ਜਾਂਦਾ ਹੈ। ਉਹ ਠੰਡ ਇਹਦੇ ਅੰਦਰ ਕਿਨਾ ਵਰਤਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਠੰਡ ਦੇ ਨਾਲ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਕਿਨਾ ਭਰਿਆ ਹੁੰਦਾ ਹੈ। ਮਹਾਰਾਜ ਨੇ ਜਿਹੜੀ ਗੱਲ ਹੁਣ ਬਾਣੀ ਦੇ ਵਿੱਚ ਕਿਨਾ ਆਖੀ ਆ, ਕਹਿੰਦੇ ਨੇ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ, ਉਹਦਾ ਨਾਮ ਕਿਨਾ ਵਸ ਜਾਂਦਾ ਹੈ, ਪਿਆਰੀ ਸਾਧ ਸੰਗਤ ਜੀ, ਉਹਨੂੰ ਫਿਰ ਮਹਾਰਾਜ ਅਗੰਮੀ ਖਜ਼ਾਨਿਆਂ ਦੇ ਨਾਲ ਸ਼ਰਸ਼ਾਰ ਕਿਨਾ ਕਰ ਦਿੰਦਾ ਹੈ। ਜਿਸ ਜਿਸ ਰੂਪ ਦੇ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤੀ ਕਿਨਾ ਕਰਾਂਗੇ, ਸਾਧ ਸੰਗਤ ਜੀ, ਸਾਡੇ ਅੰਦਰ ਉਸ ਰੂਪ ਦਾ ਟਿਕਾ ਕਿਨਾ ਆਉਣਾ ਸ਼ੁਰੂ ਹੋ ਜਾਏਗਾ। ਕਿਉਂਕਿ ਸਾਡੀ ਬਿਰਤੀ ਖਿੰਡਾ ਵਾਲੀ ਹੋਏਗੀ, ਸਾਡੇ ਅੰਦਰ ਖਿੰਡਾ ਕਿਨਾ ਪੈਦਾ ਹੋਏਗਾ। ਅਤੇ ਜੇ ਕਿਨਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਿਨਾ ਧਰਨ ਤੋਂ ਬਾਅਦ ਸਾਡੇ ਉੱਤੇ ਗੁਰੂ ਦੀ ਮਿਹਰ ਕਿਨਾ ਹੋਗੀ। ਚੇਤਾ ਰੱਖਿਓ, ਗੁਰੂ ਦੀ ਮਿਹਰ ਖਿੰਡੇ ਹੋਏ ਮਨ ਨੂੰ ਟਿਕਾ ਕੇ ਕਿਨਾ ਰੱਖ ਕਿਨਾ ਦਿੰਦੀ ਹੈ। ਮਹਾਰਾਜ ਨੇ ਬਾਣੀ ਵਿੱਚ ਇਸੇ ਕਰਕੇ ਤਾਂ ਕਿਹਾ ਹੈ, ਕਹਿਣ ਲੱਗੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਹੁਣ ਕਹਿੰਦੇ ਨੇ ਉਹਦੀ ਇੱਛਾ, ਬੰਦੇ ਦੀ ਇੱਛਾ ਕੀ ਹੈ? ਮਨੁੱਖ ਦੀ ਇੱਛਾ ਇਹ ਆ, ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਮੈਨੂੰ ਤੇਰਾ ਮਿਲਾਪ ਕਿਨਾ ਹੋ ਜਾਵੇ। ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਤੇਰੇ ਤੋਂ ਮੈਂ ਵਿਛੜਿਆ ਹੋਇਆ। ਕਿਉਂਕਿ ਇਹ ਮੈਂ ਗੱਲ ਤਾਂ ਕਰਕੇ ਇਸ ਗੱਲ ਉੱਤੇ ਜ਼ੋਰ ਦਿੰਦਾ ਪਿਆ ਹਾਂ, ਕਿਉਂਕਿ ਅਸੀਂ ਜਿੰਨੇ ਵੀ ਸੰਸਾਰ ਦੇ ਜੀਵ, ਅਸੀਂ ਅਕਾਲ ਪੁਰਖ ਤੋਂ ਵਾਕਿਆ ਹੀ ਕਿੰਨਾ ਵਿਛੜੇ ਹੋਏ ਹਾਂ। ਉਹਦੀ ਉਸਤਤੀ ਅਸੀਂ ਤਾਂ ਕਰਨੀ ਆ ਕਿ ਸੱਚੇ ਪਾਤਸ਼ਾਹ ਜੀ, ਮੈਂ ਜਦੋਂ ਇਸ ਸੰਸਾਰ ਦੇ ਉੱਤੇ ਆਇਆ ਸਾਂ, ਉਦੋਂ ਮੈਂ ਤੇਰੇ ਨਾਮ ਤੋਂ ਕਿੰਨਾ ਦੂਰ ਹੋ ਗਿਆ। ਮਹਾਰਾਜ ਜੀ, ਤੇਰੀ ਵਡਿਆਈ ਤੋਂ ਦੂਰ ਕਿੰਨਾ ਹੋਇਆ ਹਾਂ। ਕਿਉਂ? ਕਿਉਂਕਿ ਮੈਨੂੰ ਮਾਇਆ ਨੇ ਪੋਹ ਕਿੰਨਾ ਲਿਆ, ਮੈਨੂੰ ਮਾਇਆ ਨੇ ਮੋਹ ਕਿੰਨਾ ਲਿਆ। ਮਾਇਆ ਦੀ ਗੱਲ ਜਦੋਂ ਅਸੀਂ ਬਾਣੀ ਦੇ ਵਿੱਚੋਂ ਕਿੰਨਾ ਪੜ੍ਹਦੇ ਹਾਂ, ਅਤੇ ਸਾਧ ਸੰਗਤ ਜੀ, ਅੱਜ ਅਸੀਂ ਜਿੰਨੇ ਵੀ ਕਿੰਨਾ ਸੱਜਣ ਇਸ ਸੰਸਾਰ ਦੇ ਉੱਤੇ ਵਿਚਰਦੇ ਕਿੰਨਾ ਪਏ ਆ ਨਾ, ਇਹ ਜੋ ਕੁਝ ਮਾਇਕੀ ਪਦਾਰਥ ਹਨ, ਭਟਕਾ ਕਰਕੇ ਕਿੰਨਾ ਇਹਨਾਂ ਨੇ ਰੱਖਿਆ ਕਿੰਨਾ ਹੋਇਆ। ਜਿਹੜੇ ਸੱਜਣ ਮਾਇਕੀ ਪਦਾਰਥਾਂ ਤੋਂ ਉੱਪਰ ਉੱਠਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਟਿਕਾ ਅਤੇ ਸਹਿਜ ਆਉਣਾ ਸ਼ੁਰੂ ਹੋ ਜਾਂਦਾ ਹੈ। ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਕਹਿਣ ਲੱਗੇ ਨੇ, ਜਿਹੜਾ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰਦਾ ਹੈ, ਜਿਹੜਾ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਿੰਨਾ ਕਰਦਾ ਹੈ, ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਮਹਾਰਾਜ ਜੀ ਨੇ ਨਾ ਇੱਕ ਬਚਨ ਮੈਂ ਇੱਥੇ ਰੁਕ ਕੇ ਇੱਕ ਸਾਖੀ ਆਪ ਜੀ ਦੇ ਅੱਗੇ ਰੱਖਾਂ, ਕਿਉਂਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਜਗਤ ਜਲੰਧੇ ਨੂੰ ਤਾਰਦੇ ਤਾਰਦੇ ਗੁਜਰਾਤ ਦੇ ਵਿੱਚ ਜਦੋਂ ਪਹੁੰਚੇ ਨਾ, ਇੱਥੇ ਇੱਕ ਡਿੰਗੇ ਨਾਮੀ ਪਿੰਡ ਸੀ। ਜਦੋਂ ਮਹਾਰਾਜ ਇਸ ਪਿੰਡ ਦੇ ਵਿੱਚ ਕਿਨਾ ਆਏ, ਅਤੇ ਸਾਧ ਸੰਗਤ ਜੀ, ਢੋਲ ਕਿਨਾ ਵੱਜੇ। ਢੋਲ ਉੱਚੀ ਉੱਚੀ ਕਿਨਾ ਵੱਜਦਾ ਕਿਨਾ ਪਿਆ, ਦਾ ਖੜਾਕਾ ਉੱਚੀ ਉੱਚੀ ਕਿਨਾ ਹੁੰਦਾ ਪਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਦੇ ਰਹਿਣ ਵਾਲੇ ਸੱਜਣਾਂ ਨੂੰ ਬੜੇ ਪਿਆਰ ਦੇ ਨਾਲ ਕਿਨਾ ਪੁੱਛਿਆ, ਕਹਿੰਦੇ, ਸੱਜਣੋ, ਆਹ ਥਾਂ 'ਤੇ ਢੋਲ ਕਿਨਾ ਵੱਜਦਾ ਪਿਆ, ਇੱਥੇ ਕੋਈ ਮੇਲਾ ਹੈ? ਉਹ ਜਿਹੜੇ ਸੱਜਣ ਉੱਥੇ ਦੇ ਕਿਨਾ ਰਹਿਣ ਵਾਲੇ ਸਨ, ਬੜੀ ਭੀੜ ਕਿਨਾ ਲੱਗੀ ਹੋਈ ਸੀ। ਇੱਕ ਪਾਸੇ ਢੋਲੀ ਖੜਾ ਹੈ, ਉਹ ਡੱਗੇ ਦੇ ਨਾਲ ਢੋਲ ਵਜਾਉਂਦਾ ਕਿਨਾ ਪਿਆ ਹੈ। ਢੋਲ ਦੇ ਡੱਗੇ ਦੇ ਉੱਤੇ ਬੜੀ ਜ਼ੋਰ ਦੇ ਨਾਲ ਤੀਲੀਆਂ ਕਿਨਾ ਮਾਰਦਾ ਪਿਆ ਹੈ, ਅਤੇ ਉਹਦਾ ਖੜਾਕ ਬਹੁਤ ਕਿਨਾ ਉੱਚਾ ਹੁੰਦਾ ਪਿਆ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਕਹਿੰਦੇ, ਭਾਈ ਮਰਦਾਨਾ ਜੀ, ਆਓ ਤੁਹਾਨੂੰ ਮਨੁੱਖ ਦੀ ਜ਼ਿੰਦਗੀ ਦਾ ਜੋ ਸੱਚ ਹੈ ਉਹ ਬਿਆਨ ਕਰਕੇ ਤੁਹਾਡੇ ਅੱਗੇ ਰੱਖੀਏ, ਔਰ ਤੁਹਾਨੂੰ ਦੱਸੀਏ ਕਿ ਇਹ ਜਿਸ ਸੰਸਾਰ ਵਿੱਚ ਰਹਿਣ ਵਾਲੇ ਜਿਹੜੇ ਮਨੁੱਖ ਨੇ, ਇਹਨਾਂ ਦੇ ਅੰਦਰ ਕਿਸ ਰੂਪ ਦੀ ਭੁੱਖ ਕਿੰਨਾ ਬੜੀ ਹੋਈ ਹੈ। ਸਤਸੰਗਤ ਜੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਬੜੇ ਪਿਆਰ ਦੇ ਨਾਲ ਨੇ। ਜਦੋਂ ਮਹਾਰਾਜ ਨੇ ਇਹ ਜਿਹੜੀ ਗੱਲ ਇਸ ਸ਼ਹਿਰ ਦੇ ਵਿੱਚ ਆ ਕਰਕੇ ਵੇਖੀ, ਤਾਂ ਜਿੰਨੇ ਸੱਜਣ ਸਨ, ਇਹ ਸਾਰੇ ਇਹ ਫਕੀਰ ਦੀਆਂ ਉਸਤਤਾਂ ਕਿੰਨਾ ਕਰਦੇ ਨੇ। ਕੋਈ ਸਿਫਤ ਕਰਦਾ ਹੈ, ਕੋਈ ਵਡਿਆਈ ਕਰਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪੁੱਛਿਆ, ਕਹਿਣ ਲੱਗੇ, ਭਾਈ ਇਹ ਸਾਧੂ ਅੰਦਰ ਬੈਠਾ ਹੈ, ਇਹਦੇ ਬਾਰੇ ਸਾਨੂੰ ਬਿਆਨ ਕਰਕੇ ਸਾਡੇ ਅੱਗੇ ਰੱਖੋ।
तो वह सज्जन कहते कह लगे महाराज जी 40 दिन हो गए ने इन्हें छकिया ही कि ना कुछ नहीं। महाराज जी कहते अच्छा, कह लगे हाँ। सच्चे पातशाह उन्होंने लोगों को मुखातब हो करके कहते कहते भाई ये तो रोज़ अपनी वडियाई का भुखा कि ना अंदर बैठा होया, तुसी कहने ये कुछ खांदा नहीं, ये कहते यदी तो अजे तक अपने अंदरों वडियाइयां की भुख ही नहीं गई। कह लगे ने भाई ये तो रोज़ खुराक कि ना खांदा तो पिया पर तुहानू नहीं कहते लभदी पई। नहीं महाराज असी तो इनू कुछ भी खांदे नूं वेख्या नहीं, 40 दिन हो गए ने असी भी बाहर बैठे हुए हैं। सच्चे पातशाह जी असी भी चौंकड़ा ला के कि ना बाहर बैठे हाँ, 40 दिन हो गए ने। कह लगे ने इन्हें पानी का घुट भी अपने मूँह दे विच नहीं पाया, तो उत्थे ढोल किन्ना ना वजदा पिया है। क्योंकि कई बारी ना बंदे नूं रोटी खाण की लोड़ ही नहीं पैंदी। क्यों? क्योंकि वो जिहड़े बंदे अपनी खुशामदी दे भुखे कि ना होण, उन्होंने प्रशादे की परवाह कोई नहीं हुंदी। वो लोकां तो अपनी खुशामदी करवा के अपनी भुख की पूर्ति कि ना कर लेंदे। सत संगत जी धन गुरु नानक सच्चे पातशाह महाराज जी ने जो बड़े प्यार दे नाल वो सज्जन कि ना खड़ा से जिहड़ा ढोली सी ना, उन्होंने महाराज ने आख्या, कह लगे सज्जना तू ढोल बजाउणा बंद कर दे। इन्हें महाराज जी का हुक्म कि ना मन्निया, उस वेले इन्हें ढोल बजाउणा बंद कि ना कर दिता। सच्चे पातशाह ने जिहड़े इहदे इर्द गिर्द जां इहदे मकान नूं कह लीए जां इहदे अस्थान नूं घेरा पा करके जिहड़े सज्जन बैठे सन, महाराज ने उन्होंने बड़े प्यार दे नाल कि ना आख्या, कह लगे भाई तुसी सारे दूर दूर हो के बह जाओ, जिथे ये फकीर नूं तुसी दिखाई दे ना सको। जदों महाराज ने जी गल कि ना आखी, सारे सज्जन कि ना दूर हो करके बह गए। जदों कि ना दूर हो करके बैठे, ये आया जी बाहर। जदों बाहर आया ना इन्हें लोगों नूं वेख्या ना इन्हें ढोली नूं वेख्या, बस वेखदियां सार बेहोश हो के धरती ते धड़म करदा डिग्गा। जदों डिग्गा क्यों? क्योंकि इनू खुराक ही नहीं मिली। इनू तो यह सी कि जदों मैं बाहर कि ना आवांगा लोकी मेरी वडियाई कि ना करनगे, लोकी मेरी उस्तति कि ना करनगे। सत संगत जी उस वेले की होया, धन गुरु नानक सच्चे पातशाह ने ढोली नूं इशारा किया, कहंदे ढोल बजा। जदों उन्हें ढोल दे उत्ते डग्गा कि ना मारिया, इधर जिन्ने सज्जन सन उन्होंने भी बाहर आना कि ना शुरू किया। सत संगत जी एकदम जिहड़ा डिग्या होया साधु सी, एक हरकत दे विच कि ना आ गया। धन गुरु नानक सच्चे पातशाह महाराज जी ये सामने कि ना खड़े ने। जदों महाराज जी ये सामने कि ना खड़े, धन गुरु नानक सच्चे पातशाह महाराज जी ने बड़े प्यार दे नाल कि ना आख्या, कहंदे सज्जना कि किहदी वडियाई कि ना करदा सी अंदर बह के। सत संगत जी इहदा महाराज ने ना कल्ला कल्ला पाज इहदे खिरदे दा उघाड़ के इहदे अगे रख दिता सी। जदों इहदे अगे कि ना रखिया, ये हुण शर्मिंदा कि ना होया बैठा है। शर्मिंदे होए ने धन गुरु नानक सच्चे पातशाह जी के चरणों के उत्ते सीस रख दिता। महाराज मैं किसी की इबादत नहीं की, महाराज मैं तो सगों अपनी वडियाई करवाउण वास्ते 40 दिनों का ढोंग रचा करके अंदर कि ना बैठा होया सी। सत संगत जी धन गुरु नानक सच्चे पातशाह महाराज जी सूरजां दा सूरज है। जदों किते धन गुरु नानक सच्चे पातशाह महाराज जिथे किते जाके उदय होए, उत्थे जिहड़ा अमस्या दी रूप दा घोर गुबार अंधेर सी, वो खंभ ला करके उड़ के ना जाता सी। सत संगत जी महाराज ने इसे करके बाणी विच कहा, नाले उस सज्जन नूं उपदेश कि ना दिता, कहन लगे भाई अपनी उस्तति ना करवा, उस अकाल पुरख वाहिगुरू जी की उस्तत कर, जिहदी उस्तत किना करन दे नाल अकाल पुरख की दरगाह दे विच तैनूं शोभा किना मिलेगी। सत संगत जी महाराज ने ना बाणी विच भी किना क्या है, सच्चे पातशाह ने क्या कहंदे, कूड़ा उपमा ताकी कीजै जाका अंत ना पाया। कहन लगे जी उपमा किना करनी आ, तो उस अकाल पुरख वाहिगुरू जी की उपमा किना कर। महाराज फिर की होएगा, कहंदे अकाल पुरख वाहिगुरू जी की उपमा किना करन दे नाल एक दिन तू वड्डे दियां वडियाइयां दा पात्र किना हो जाएगा। संगत जी क्योंकि जदों असीं महाराज जी की बाणी पढ़ते हैं, सच्चे पातशाह ने इसे करके धन गुरु ग्रंथ साहिब महाराज जी की बाणी दे विच भी बड़े प्यार दे नाल किना आख्या सी। ते वो जिहड़ा किना सज्जन सी उन्होंने भी महाराज ने यही उपदेश किना दिता, कहंदे सज्जना जे वडियाई किना करनी है तो वड्डे दी किना कर। महाराज फिर की होएगा, सच्चे पातशाह ने ये जिहड़े बचन धन गुरु ग्रंथ साहिब महाराज जी की बाणी विच बड़े प्यार दे नाल किना आखे हन, कहंदे वड्डी वडियाई जा वड्डा नाओ, वड्डी वडियाई जा सच न्याओ। कहन लगे ने अकाल पुरख वाहिगुरू जी की किना वडियाई कर। क्यों कर? कहंदे ओदी जिहड़ी किना वडियाई है, ओदी किना वडियाई वड्डियां तो वड्डी है। वड्डी वडियाई मैं फिर ये जिहड़ा बचन आप जी दे अगे रखा, वड्डी वडियाई
ਜਾਂ ਵੱਡਾ ਨਾ, ਉਹਦੀ ਵਡਿਆਈ ਇਸ ਕਿਨਾਂ ਕਰਕੇ ਕਰਨੀ ਆ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਬਹੁਤ ਵੱਡਾ ਹੈ। ਵੱਡੀ ਵਡਿਆਈ ਜਾਂ ਸੱਚ ਨਿਆਓ, ਉਹਦਾ ਜਿਹੜਾ ਨਿਆਂ ਆ ਨਾ ਉਹ ਵੀ ਕਿੰਨਾ ਸੱਚਾ ਹੈ, ਇਸ ਕਰਕੇ ਉਹਦੀ ਵਡਿਆਈ ਕਿੰਨਾ ਕਰ। ਅੱਗੇ ਆਖਿਆ ਕਹਿੰਦੇ ਵੱਡੀ ਵਡਿਆਈ ਜਾਂ ਨਿਹਚਲ ਥਾਓ, ਉਹਦਾ ਥਾਂ, ਜਿਹੜੀ ਥਾਂ ਦੇ ਉੱਤੇ ਅਕਾਲ ਪੁਰਖ ਕਿੰਨਾ ਵਾਹਿਗੁਰੂ ਜੀ ਆਪਣਾ ਆਸਣ ਕਿੰਨਾ ਲਾ ਕਰਕੇ ਬੈਠਾ ਹੈ, ਜਿਹੜੀ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਆਸਣ ਕਿੰਨਾ ਲਾਇਆ ਹੈ, ਉਹ ਕਹਿੰਦੇ ਉਹ ਜਿਹੜਾ ਥਾਂ ਹੈ ਉਹ ਵੀ ਬਹੁਤ ਕਿੰਨਾ ਵੱਡਾ ਹੈ। ਨਿਹਚਲ ਥਾਓ, ਨਿਹਚਲ ਤੋਂ ਭਾਵ ਹੈ ਕਿ ਉਹ ਜਿਹੜਾ ਥਾਂ ਅਟੱਲ ਕਿੰਨਾ ਥਾਂ ਹੈ, ਉਸ ਥਾਂ ਦਾ ਕਦੀ ਖਾਤਮਾ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਉਹ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਦਿਨ ਪੁਰ ਕਿੰਨਾ ਰਾਤ ਕਰ। ਵੱਡੀ ਵਡਿਆਈ ਬੁੱਝੇ ਸਭ ਭਾਓ, ਵੱਡੀ ਵਡਿਆਈ ਜਾਣੈ ਅਲਾਓ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਹੁਣ ਅੱਗੇ ਕਿੰਨਾ ਆਖਿਆ, ਨਾਨਕ ਕਾਰਨ ਕਥਨੀ ਜਾਏ, ਉਹ ਭਾਈ ਕੀਤਾ ਕਰਨਾ ਸਰਬ ਰਜਾਏ। ਮਹਾਰਾਜ ਨੇ ਇਸ ਕਿੰਨਾ ਕਰਕੇ ਬਾਣੀ ਵਿੱਚ ਆਖਿਆ, ਕਹਿੰਦੇ ਇੱਕ ਦਿਨ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰ। ਉਹਦੀ ਫਿਰ ਕਿੰਨਾ ਵਡਿਆਈ ਕਰਦਿਆਂ ਇੱਕ ਦਿਨ ਫਿਰ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਜੀ ਤੈਨੂੰ ਆਪਣੇ ਨਾਲ ਮਿਲਾ ਕੇ ਨਾ ਲਏਗਾ। ਸਤ ਸੰਗਤ ਜੀ, ਅਸੀਂ ਮਹਾਰਾਜ ਜੀ ਤੋਂ ਟੁੱਟੇ ਹੋਏ ਹਾਂ, ਅਸੀਂ ਵਿਛੜੇ ਹੋਏ ਹਾਂ। ਜਿੱਥੋਂ ਦਾਸ ਨੇ ਗੱਲ ਕਿੰਨਾ ਸ਼ੁਰੂ ਕੀਤੀ ਸੀ, ਜਿਹੜਾ ਸੱਜਣ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਿੰਨਾ ਕਰਦਾ ਹੈ, ਇੱਕ ਦਿਨ ਉਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਕਿੰਨਾ ਹਾਸਲ ਹੋ ਜਾਂਦਾ ਹੈ। ਅਤੇ ਇਹ ਵਡਿਆਈਆਂ ਜਿਹੜੀਆਂ ਨੇ ਸਤ ਸੰਗਤ ਜੀ, ਇਹ ਰੂਹਾਨੀਅਤ ਦੇ ਮਾਰਗ ਉੱਤੇ ਚੱਲਣ ਵਾਲਿਆਂ ਦੇ ਹਿੱਸੇ ਕਿੰਨਾ ਆਈਆਂ ਨੇ। ਇਤਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਦੀ ਖਿਮਾ। ਆਓ ਅਦਬ ਵਿੱਚ ਆਈਏ, ਸੱਚੇ ਪਾਤਸ਼ਾਹ ਨੂੰ ਸੀਸ ਝੁਕਾਈਏ, ਗੁਰੂ ਬਖਸ਼ੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।